ਭਾਏ ਭਗਤ ਸਾਚੇ ਗੁਣ ਗਾਵਾ। ਪਾਵਨ ਸ਼ਬਦ ਜਿਸ ਦਾ ਆਪ ਸੰਗਤਾਂ ਨੇ ਪਾਠ ਸਰਵਣ ਕੀਤਾ ਹੈ, ਗੁਰੂ ਨਾਨਕ ਦੇਵ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਇਸ ਪਾਵਨ ਸ਼ਬਦ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਪ੍ਰੇਮਾ ਭਗਤੀ, ਭਾਵਨਾ ਵਾਲੀ ਭਗਤੀ, ਸ਼ਰਧਾ ਵਾਲੀ ਭਗਤੀ ਦਾ ਨਿਰਣਾ ਕੀਤਾ। ਦਰਸ਼ਨ ਪਾਵਾ, ਅਸੀਂ ਅੰਮ੍ਰਿਤ ਵੇਲੇ ਸਾਰੇ ਹੀ ਗੁਰੂ ਮਹਾਰਾਜ ਜੀ ਦੇ ਦਰਸ਼ਨ ਪ੍ਰਾਪਤ ਕਰਦੇ ਹਾਂ। ਪਾਵਾ ਦਾ ਅਰਥ ਹੁੰਦਾ ਪ੍ਰਾਪਤ ਕਰਨੇ। ਜੇ ਤੁਧ ਭਾਵਾ, ਭਾਵਾ ਦਾ ਅਰਥ ਹੈ ਚੰਗਾ ਲੱਗਣਾ। हे ਮੇਰੇ ਸੱਚੇ ਸਤਿਗੁਰੂ ਜੀਓ, ਜੇ ਤੈਨੂੰ ਚੰਗਾ ਲੱਗਦਾ ਹੈ ਤੇ ਅਸੀਂ ਤੇਰੇ ਦਰਸ਼ਨ ਪ੍ਰਾਪਤ ਕਰ ਲੈਂਦੇ ਹਾਂ। ਭਾਏ ਭਗਤ ਸਾਚੇ ਗੁਣ ਗਾਵਾ। ਭਾਏ ਭਗਤ ਕਹਿੰਦੇ ਨੇ ਪ੍ਰੇਮਾ ਭਗਤੀ ਨੂੰ, ਭਾਵਨਾ ਵਾਲੀ ਭਗਤੀ। ਪ੍ਰੇਮਾ ਭਗਤੀ ਤੇ ਭਾਵਨਾ ਵਾਲੀ ਭਗਤੀ ਇੱਕੋ ਹੀ ਹੈ। ਪ੍ਰੇਮ ਤੇ ਭਾਵਨਾ ਰਲ ਕੇ ਫਿਰ ਸ਼ਰਧਾ ਬਣਦੀ ਹੈ। ਆਏ ਭਗਤ ਸਾਚੇ ਗੁਣ ਗਾਵਾਂ। ਹੀ ਮੇਰੇ ਮਾਲਕ ਜੀਓ, ਤੇਰੀ ਪ੍ਰੇਮਾ ਭਗਤੀ ਦੇ ਨਾਲ ਅਸੀਂ ਤੇਰੇ ਸੱਚੇ ਗੁਣ ਨੇ ਜਿਹੜੇ ਉਹ ਗਾਉਣਾ ਕਰੀਏ ਜੀ। ਤੁਧ ਭਾਣੇ ਤੂੰ ਭਾਵੈ ਕਰਤੇ, ਆਪੇ ਰਸਨ ਰਸਾਏਗਾ। ਗੁਰੂ ਮਹਾਰਾਜ ਜੀ ਇਸ ਤੁਕ ਦੇ ਅੰਦਰ ਫੈਸਲਾ ਕਰਦੇ ਨੇ ਵੀ ਤੇਰੇ ਦਰਸ਼ਨ ਜਿਹੜੇ ਨੇ ਉਹ ਕਿਹਨੂੰ ਪ੍ਰਾਪਤ ਹੁੰਦੇ ਨੇ। ਤੁਧ ਭਾਣੇ, ਜਿਹੜਾ ਤੇਰੇ ਭਾਣੇ ਦੇ ਵਿੱਚ ਰਹਿੰਦਾ ਹੈ। ਭਾਣੇ ਤੋਂ ਭਾਵ ਹੈ ਹੁਕਮ, ਤੇ ਹੁਕਮ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਉਹ ਸਾਡੇ ਕਰਮ ਨੇ। ਉਹਨੇ ਸਾਡੇ ਕਰਮਾਂ ਦੀ ਕਿਤਾਬ ਲਿਖ ਦਿੱਤੀ ਹੈ। ਸਾਡੇ ਕਰਮਾਂ ਦੀ ਕਿਤਾਬ ਦਾ ਪੰਨਾ ਜਿਵੇਂ ਖੁੱਲ੍ਹ ਗਿਆ, ਅਸੀਂ ਉਸੇ ਤਰ੍ਹਾਂ ਉਸ ਪਰਮਾਤਮਾ ਦੇ ਹੁਕਮ ਨੂੰ ਮੰਨ ਲਿਆ ਵੀ ਤੂੰ ਜੋ ਲਿਖਿਆ ਹੈ ਅਸੀਂ ਤੇਰੀ ਲਿਖਤ ਦੇ ਅਨੁਸਾਰ ਤੇਰੇ ਹੁਕਮ ਦੇ ਵਿੱਚ ਹਾਂ। ਇਸ ਤੇ ਅਸੀਂ ਤੌਖਲਾ ਨਹੀਂ ਕਰਾਂਗੇ, ਗਿਲਾ ਨਹੀਂ ਕਰਾਂਗੇ। ਥੋੜਾ ਮੈਂ ਸਮਝਾਉਣ ਦਾ ਯਤਨ ਕਰਾਂਗਾ। ਇੱਕ ਵੱਡਾ ਅਫਸਰ ਹੈ, ਉਹਨੇ ਕਿਸੇ ਕਾਗਜ਼ ਦੇ ਉੱਤੇ ਕੁਝ ਹੁਕਮ ਲਿਖ ਕੇ ਦੇ ਦਿੱਤੇ ਨੇ ਵੀ ਅੱਜ ਦਫ਼ਤਰ ਦੇ ਵਿੱਚ ਇਸ ਤਰ੍ਹਾਂ ਹੋਏਗਾ। ਹੁਣ ਜਿਤਨੇ ਵੀ ਅੱਗੇ ਮੁਲਾਜ਼ਮ ਨੇ ਕਰਨਾ ਸਾਰਿਆਂ ਨੂੰ ਉਸ ਤਰ੍ਹਾਂ ਪਏਗਾ। ਜਿਹੜੇ ਉਹਦੇ ਨਾਲ ਪ੍ਰੇਮ ਕਰਦੇ ਨੇ ਉਹ ਖੁਸ਼ ਹੋ ਕੇ ਉਸ ਹੁਕਮ ਨੂੰ, ਉਸ ਲਿਖਤ ਨੂੰ ਮੰਨ ਕੇ ਉਵੇਂ ਕਰ ਲੈਣਗੇ, ਤੇ ਜਿਹੜੇ ਉਸ ਦੇ ਨਾਲ ਪ੍ਰੇਮ ਨਹੀਂ ਕਰਦੇ ਉਹ ਨਾਲੇ ਕਰੀ ਜਾਣਗੇ ਤੇ ਨਾਲੇ ਅੰਦਰ ਗੁੜ ਕਰੀ ਜਾਣਗੇ, ਅੰਦਰ ਦੁਖੀ ਹੋਈ ਜਾਣਗੇ, ਅੰਦਰੋਂ ਆਪਣੇ ਆਪ ਨੂੰ ਸਾੜੀ ਜਾਣਗੇ, ਮੱਚੀ ਜਾਣਗੇ। ਇਸੇ ਦਾ ਨਾਮ ਹੀ ਈਰਖਾ ਹੈ। ਇਸ ਦਾ ਨਾਮ ਹੈ ਈਰਖਾ। ਨਾਲੇ ਮੰਨੀ ਜਾਣਗੇ, ਨਾਲੇ ਅੰਦਰੋਂ ਈਰਖਾ ਦੇ ਨਾਲ ਸੜੀ ਜਾਣਗੇ, ਦੁਆਇਖ ਦੇ ਨਾਲ ਸੜੀ ਜਾਣਗੇ। ਉਸੇ ਤਰ੍ਹਾਂ ਜੋ ਅਸੀਂ ਕਰਮ ਕੀਤੇ ਨੇ ਦੱਦੇ ਦੋਸ਼ ਨਾ ਦਿਓ ਕਿਸੇ। ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਭਾਈ ਤੇਰੇ ਜਿਹੜੇ ਕਰਮ ਲਿਖੇ ਨੇ, ਕਰਮਾਂ ਦਾ ਅੱਜ ਜਿਹੜਾ ਪੰਨਾ ਖੁੱਲ੍ਹਿਆ ਤੇਰੀ ਕਿਤਾਬ ਦਾ, ਤੇਰੇ ਕਰਮਾਂ ਦੀ ਕਿਤਾਬ ਦਾ ਜਿਹੜਾ ਅੱਜ ਪੰਨਾ ਖੁੱਲ੍ਹਿਆ ਹੈ, ਉਹਦੇ ਅੰਦਰ ਜੋ ਲਿਖਤ ਹੈ ਨਾ, ਤੁਧ ਭਾਣੇ ਤੂੰ ਭਾਵੇ। ਜਿਹਨੇ ਉਹਨੂੰ ਸੱਤ ਕਰਕੇ ਮੰਨ ਲਿਆ ਕਿ ਪਰਮਾਤਮਾ ਅੱਜ ਦੇ ਦਿਨ ਤੂੰ ਮੈਨੂੰ ਇਹ ਦਾਤਾਂ ਦੇਣੀਆਂ ਸੀ, ਭਾਵੇਂ ਉਹ ਦੁੱਖ ਵਾਲੀ ਹੈ, ਭਾਵੇਂ ਸੁੱਖ ਵਾਲੀ ਹੈ, ਭਾਵੇਂ ਸਤਿਕਾਰ ਵਾਲੀ ਹੈ, ਭਾਵੇਂ ਨਿਰਾਦਰ ਵਾਲੀ ਹੈ, ਉਹ ਪਰਮਾਤਮਾ ਨੂੰ ਚੰਗੇ ਲੱਗਦੇ ਨੇ। ਤੁਧ ਭਾਣੇ ਤੂੰ ਭਾਵੇ ਕਰਤੇ, ਆਪੇ ਰਸਨ ਰਸਾਇਦਾ। ਜਿਹੜੇ ਤੇਰੇ ਭਾਣੇ ਦੇ ਵਿੱਚ ਚੜ੍ਹਦੇ ਨੇ ਉਹ ਤੈਨੂੰ ਚੰਗੇ ਲੱਗਦੇ ਨੇ। ਤੇ ਫਿਰ ਪਰਮਾਤਮਾ ਨੂੰ ਦਾਤ ਕੀ ਦਿੰਦਾ ਹੈ? ਰਸਨ ਰਸਾਇਦਾ। ਉਹਨਾਂ ਨੂੰ ਆਪਣੇ ਨਾਮ ਦਾ ਰਸ ਇਹਨਾਂ ਜਿਹੜਾ ਇਹ ਦੇ ਦਿੰਦਾ। ਅਸੀਂ ਤੌਖਲਾ ਕਰਦੇ ਹਾਂ ਨਾ, ਸ਼ਿਕਾਇਤ ਕਰਦੇ ਹਾਂ ਵੀ ਬਾਬਾ ਜੀ ਰੋਜ਼ ਆਖਦੇ ਨੇ ਸਿਮਰਨ ਕਰਿਆ ਕਰੋ। ਸਿਮਰਨ ਕੀ ਕਰੀਏ, ਮਨ ਤਾਂ ਟਿਕਦਾ ਹੀ ਨਹੀਂ, ਰਸ ਤਾਂ ਹੁੰਦਾ ਹੀ ਨਹੀਂ। ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਰਸ ਕੀ ਆਵੇ। ਜੋ ਸਾਡੇ ਅੱਜ ਕਰਮਾਂ ਦੇ ਵਿੱਚ ਲਿਖਿਆ ਅਸੀਂ ਉਹਨੂੰ ਨਕਾਰ ਦਿੱਤਾ ਵੀ ਸਾਨੂੰ ਇਹ ਨਹੀਂ ਠੀਕ। ਤੇ ਪਰਮਾਤਮਾ ਦੇ ਹੁਕਮ ਨੂੰ ਜਦੋਂ ਅਸੀਂ ਮੋੜ ਰਹੇ ਹਾਂ, ਇੱਕ ਔਰਤ ਆਪਣੇ ਪਤੀ ਦੇ ਹੁਕਮ ਨੂੰ ਮੋੜ ਦੇਵੇ ਤੇ ਫਿਰ ਉਹਦੇ ਤੇ ਖੁਸ਼ ਥੋੜੀ ਹੋਏਗਾ। ਉਸੇ ਤਰ੍ਹਾਂ ਪਰਮਾਤਮਾ ਸਾਡੇ ਤੇ ਖੁਸ਼ ਨਹੀਂ ਹੋਏਗਾ। ਆਪੇ ਰਸਨ ਰਸਾਇਦਾ, ਪਰਮਾਤਮਾ ਉਸ ਤੇ ਖੁਸ਼ ਹੋ ਜਾਂਦਾ ਤੇ ਉਸ ਦੀ ਰਸਨਾ ਨੂੰ ਨਾਮ ਰਸ ਦੀ ਦਾਤ ਦੇ ਦਿੰਦਾ ਹੈ ਜੀ। ਸੋਹਣ ਭਗਤ ਪ੍ਰਭੂ ਦਰਬਾਰੇ, ਮੁਕਤ ਭਏ ਹਰਿ ਦਾਸ ਤੁਮਾਰੇ। ਜਿਹੜੇ ਉਸ ਦੇ ਹੁਕਮ ਨੂੰ ਸੱਤ ਕਰਕੇ ਮੰਨ ਲੈਂਦੇ ਨੇ, ਸੋਹਣ ਭਗਤ, ਉਹ ਭਗਤ ਸੋਹਣੇ ਲੱਗਦੇ ਨੇ ਪ੍ਰਭੂ ਦਰਬਾਰੇ, ਪਰਮਾਤਮਾ ਦੇ ਦਰਬਾਰ ਦੇ ਵਿੱਚ। ਮੁਕਤ ਭਏ ਹਰਿ ਦਾਸ ਤੁਮਾਰੇ। ਇਹ ਮੇਰੇ ਵਾਹਿਗੁਰੂ ਜੀਓ, ਤੇਰੇ ਜਿਹੜੇ ਇਸ ਤਰ੍ਹਾਂ ਦੇ ਦਾਸ ਨੇ ਉਹ ਮੁਕਤ ਵੀ ਹੋ ਜਾਂਦੇ ਹਨ ਜੀ। ਆਪ ਗਵਾਏ ਤੇ
थोड़ी जी वध जाती फिर हौमे का रूप लै लैंदी। हौमे जदों वड्डी हो जाती फिर हंकार बन जाता है। आप हौमे ते हंकार एक बूटा ही है, अजे बीज जिहड़ा है ना उन्हें टंगूर मारी, ये आपा भाव है। फिर बीज जिहड़ा ये टंगूर मार के पुंगर के धरती चों बाहर आ गया, ये हौमे बन गई है। हौमे जिहड़ी है ये जदों वधिया ते फुलिया बूटा उदों हंकार बन गए। जदों हंकार बन गया फिर इहदियां जड़ां बड़ियां मजबूत हो जांदियां ने, इहनूं पट्टना बड़ा औखा लगदा है। ते जे टंगूर मारिया तो फिर असी एक उंगल दे नाल खोल के ना उस बीज नूं बाहर कढ सकदे हां ते सुक जाएगा, दोबारा नहीं उगेगा। हुण ये है कि आपा भाव हौमे ते हंकार ये है कि इनू इस तरह समझ लो, जो असी नहीं हैगे ये ख्याल साडे अंदर बन जावे, इसका नाम ही आपा भाव है, इसका नाम ही हौमे है, इसका नाम ही हंकार है। मैं एक बार फिर दसा जे किते समझ आ जाए, ये आपा भाव हौमे या हंकार की है। असी जो नहीं हैगे ये होण दा ख्याल साडे अंदर बन जाए, इसनूं आपा भाव आखे है। जिवें अजे असी कल परसों अमृत छकिया, गुरबाणी की संध्या चल रही है, ग्रंथी नहीं बने तो साडे अंदर आपा भाव बन जाए भी मैं तो बाणी पढ़न लग गया, तो दूजिया नूं टोकन लग जाइए भी तू गलत पढ़दा। आपने अजे सिक्ख्या कुछ नहीं, आप अजे नितनेम नहीं करता, नितनेम की संध्या शुद्ध नहीं, तो दूजिया नूं ये टोकदा, क्योंकि इहदे अंदर आपा भाव आ गया भी मैं बड़ा वड्डा गुरसिख बन गया। ये आपा भाव है। इस तरह आपा भाव पैदा हुण अमृत काहदे लई छकिया सी, इस वास्ते भी मेरा जन्म सफल हो जाए, पर इस अमृत छकण दे नाल तां अंदर हंकार हो गया, आपा भाव बन गया, हौमे बन गई, रस्ता गलत चुन लिया। तुरिया सी मंजिल नूं प्राप्त करन दे लई, पर रस्ता जिहड़ा रस्ते दे विच कुछ इस तरह दे ठग मिल गए ने, उन्हां ने बाह तों फड़ के पुठे पासे ला लिया। आप गवाए तेरे रंग राते, जिन्हां ने अपने अंदरों आपा भाव नूं मार लिया है, उन्हां दे अंदर ही परमात्मा दा प्रेम रंग जिहड़ा ये बनया होया है। ते ये आपा भाव की है, मैं एक बारी फिर दस दियां, जो असी नहीं हैगे ये होण दा साडे अंदर ख्याल हो जावे। कोई गुरमुख प्यारा है उसके अंदर ख्याल बन जाए भी मैं संत हाँ, ये आपा भाव आ गया है, नहीं बनया नहीं। चार भरावां ने कह दिता संत जी, ते उनके अंदर हंकार हो गया, आपा भाव हो गया भी मैनूं तो नहीं लगी, संत आखण लग गए ने। बाबा फरीद जी दे अंदर आपा भाव नहीं सी, ते ये तुकां ने बाबा फरीद जी दियां सानूं भुलाणियां भी नहीं चाहिदियां। बाबा फरीद जी जा रहे ने, इन्हां ने काले कपड़े धारण कीते हुए ने भी शायद इस लिबास दे नाल रब मिल जावे, पर यह लिबास है जिहड़ा इनू वेख के जा रही संगतां ने नमस्कारां कीतियां ने, ते ये आख्या भी ये रब दा रूप है। बाबा फरीद जी ने जिहड़े ये रब दा रूप है, ते बाबा फरीद जी अजे रब दा रूप होए नहीं सन, कच्चे सन, अजे सिरे नहीं सन लगे। ते बाबा फरीद जी ने आख्या इन्हां ने ते मेरे अंदर हौमे भर दित्ती है। बाबा फरीद जी फिर सलोक दर्ज करते हैं, धन गुरबाणी दे अंदर गुणी भरिया मैं फिरा लोक कहे दरवेश। भाई मैं तो औगणा दे नाल भरिया होया ते लोग मैनू दरवेश आखदे ने। दरवेश, दर दा अर्थ हुंदा है बूहे ते रहन वाला, ते वेश दा अर्थ है दरगाह, परमात्मा दे दर ते, भाव वैगुरू दा बंदा, जिवें साडे घर दा कुत्ता राखा बन के रहिंदा, इसे तरह। काली मेरे कपड़े काला मैंडा वेश, गुणी भरिया मैं फिरा लोक कह दरवेश। बाबा फरीद जी कहते ने काले कपड़िया ने अंदर हौमे लै आंदी है, ते इन्हां नूं ला, ये ना रख, ये नहीं होने चाहिए। बस इस दा नाम हौमे है, इस दा नाम आपा भाव है। ये वध फुल के हंकार बन जाता है, जो असी नहीं हैगे। किसी ने दो चार बारी कह दिता है, जां दो चार बंदियां ने दो चार बारी कह दिता है, तो उसदे उत्ते पक्के हो जाना भी जो सानू ये आख रहे ने ना, असी उही हाँ।
ਇਸ ਨੂੰ ਆਪਾ ਭਾਵ ਆਖਦੇ ਨੇ। ਫਿਰ ਇਹ ਹੋਮੇ ਆ ਗਈ, ਫਿਰ ਹੰਕਾਰ ਹੋ ਗਿਆ। ਆਪ ਗਵਾਏ ਤੇਰੇ ਰੰਗ ਰਾਤੇ, ਜਿਨ੍ਹਾਂ ਨੇ ਆਪ ਨੂੰ ਅੰਦਰੋਂ ਗਵਾ ਲਿਆ ਉਹ ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਰੰਗੇ ਜਾਂਦੇ ਨੇ। ਅਣ ਦਿਨ ਨਾਮ ਧਿਆਏਗਾ, ਫਿਰ ਉਹ ਕੀ ਕਰਦਾ? ਦਿਨ ਤੇ ਰਾਤ ਪਰਮਾਤਮਾ ਦਾ ਨਾਮ ਧਿਆਉਂਦਾ ਹੈ, ਸੱਚੇ ਸਤਿਗੁਰ ਦੇ ਨਾਮ ਦੇ ਨਾਲ ਜੁੜਿਆ ਰਹਿੰਦਾ ਹੈ ਜੀ। ਈਸ਼ਰ ਬ੍ਰਹਮਾ ਦੇਵੀ ਦੇਵਾ, ਇੰਦਰ ਤਪੇ ਮਨ ਤੇਰੀ ਸੇਵਾ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਅਸੀਂ ਕਿਹੜੇ ਬਾਗ ਦੀ ਮੂਲੀਆਂ? ਈਸ਼ਵਰ ਭਾਵ शिव जी, विष्णु ते ब्रह्मा आदि जितने भी हैगे ने देवी देवा, इहदे च सारे देवते ते देवियां भी आ गए ने। इंद्र तपे, इंद्र भी आ गया है, तपे तपस्वी आ गए ने, मुनि लोग भी आ गए ने। तेरी सेवा, ये सारे लगे तां तेरी सेवा दे विच ने। हे मेरे परमात्मा, ये दुनिया दे अंदर ये जिहड़े वड्डे वड्डे ने, ये सारे तेरी सेवा दे विच लगे हुए हैं जी। जति सती केते बनवासी, अंत न कोई पाएगा। इस दुनिया दे अंदर वड्डे वड्डे जती होके गए ने, सती सत दी पालना करके गए चले ने। जंगलां दे विच रहन वाले बनवासी कहंदे ने, जंगलां दे विच रहन वाले। अंत ना कोई पाएगा, तेरा अंत किसे तो नहीं पाया गया। क्यों नहीं पाया गया अंत? क्योंकि अंदर आपा भाव आ जांदा सी, ते आपा भाव अंदर आउण करके परमात्मा दे प्रेम दा रंग नहीं सी चढ़दा। जिन्हां दे अंदर परमात्मा दी प्रीत दा प्रेम दा रंग नहीं चढ़दा, उन्हां नूं उस दे दर दा भेत नहीं हुंदा है जी। जो किछ करे सो बिन जनाए बिन जानाए कोई न जाने, जो किछ करे सो आपन भाणै। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਬਿਨ ਜਣਾਏ। ਜਣਾਏ ਦਾ ਅਰਥ ਹੁੰਦਾ ਹੈ ਆਪਣਾ ਭੇਤ ਦਿੱਤੇ ਤੋਂ ਬਿਨਾ। ਬਿਨ ਜਣਾਏ, ਆਪਣਾ ਭੇਤ ਦਿੱਤੇ ਤੋਂ ਬਿਨਾ ਕੋਈ ਨਾ ਜਾਣੇ। ਇਹ ਮੇਰੇ ਵਾਹਿਗੁਰੂ, ਤੂੰ ਜਿਹਨੂੰ ਆਪਣੀ ਸੋਝੀ ਦੇਣਾ ਚਾਹੁੰਦਾ ਹੈ, ਜਿਹਨੂੰ ਆਪਣਾ ਗਿਆਨ ਦੇਣਾ ਚਾਹੁੰਦਾ ਹੈ ਨਾ, ਉਸੇ ਨੂੰ ਤੇਰਾ ਗਿਆਨ ਮਿਲਦਾ ਹੈ, ਦੂਜੇ ਨੂੰ ਤੇਰਾ ਗਿਆਨ ਨਹੀਂ ਮਿਲਦਾ। ਜੋ ਕੁਛ ਕਰੇ ਸੋ ਆਪਣ ਭਾਣੇ। ਤੂੰ ਜੋ ਕੁਝ ਵੀ ਕਰ ਰਿਹਾ ਹੈ ਆਪਣੇ ਭਾਣੇ ਦੇ ਵਿੱਚ, ਭਾਵ ਆਪਣੀ ਮੌਜ ਦੇ ਵਿੱਚ, ਆਪਣੇ ਹੁਕਮ ਦੇ ਵਿੱਚ ਕਰ ਰਿਹਾ ਹੈ ਜੀ। ਲਖ 84 ਜੀ ਉਪਾਏ, ਭਾਣ ਸਾਹਲ ਵਾਏਦਾ। 84 ਲੱਖ ਜੂਨਾਂ ਨੇ ਇਹ ਮੰਨੀਆਂ ਗਈਆਂ ਨੇ, ਤੇ 84 ਲੱਖ ਜੂਨਾਂ ਨੇ ਜਿਹੜੀਆਂ ਉਹ ਪਰਮਾਤਮਾ ਨੇ ਪੈਦਾ ਕੀਤੀਆਂ ਨੇ। ਸਾਰਿਆਂ ਨੂੰ ਸਾਹ ਆ ਰਿਹਾ, ਸਾਰੇ ਸਵਾਸ ਲੈ ਰਹੇ ਨੇ। ਭਾਣੇ ਸਾਹ ਲਵਾਏ ਦਾ, ਜਿੰਨੇ ਵੀ ਸਵਾਸ ਅਸੀਂ ਲੈ ਰਹੇ ਹਾਂ ਨਾ, ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਲੈ ਰਹੇ ਹਾਂ। ਜਿੰਨਾ ਉਹਦਾ ਹੁਕਮ ਹੈ ਵੀ ਇੰਨੇ ਸਵਾਸ ਲੈਣੇ ਨੇ, ਜਾਂ ਇਸ ਤਰ੍ਹਾਂ ਕਹਿ ਲਓ ਸਾਰਿਆਂ ਨੂੰ ਉਸ ਵਾਹਿਗੁਰੂ ਨੇ ਗਿਣ ਕੇ ਸਵਾਸ ਦਿੱਤੇ ਹੋਏ ਹਨ ਜੀ। ਜੋ ਤਿਸ ਭਾਵੈ ਸੋ ਨਹਿ ਜੋ ਹੋਵੈ, ਮਨ ਮੁਖ ਆਪ ਗਨਾਏ ਰੋਵੈ। ਜਿਹੜਾ ਉਸ ਨੂੰ ਭੁੰਦਾ ਨਾ ਉਹ ਵੀ ਨਿਸ਼ਚੈ ਹੋਏਗਾ, ਨਿਸ਼ਚੈ ਕਰਕੇ ਉਹ ਵੀ ਹੋਏਗਾ। ਭਾਵ ਜੋ ਹੋਣਾ ਹੈ ਨਾ ਉਹ ਵਾਹਿਗੁਰੂ ਦੇ ਹੁਕਮ ਦੇ ਨਾਲ ਹੋਣਾ ਹੈ, ਤੇ ਵਾਹਿਗੁਰੂ ਨੂੰ ਜੋ ਚੰਗਾ ਲੱਗਦਾ ਉਹਨੇ ਉਹੀ ਕਰਨਾ ਹੈ। ਮਨਮੁਖ ਹੈ ਜਿਹੜਾ, ਉਹ ਐਵੇਂ ਵਿੱਚ ਦਖਲ ਅੰਦਾਜ਼ੀ ਕਰਕੇ ਨਾ ਆਪ ਗਨਾਵੇ ਰੋਵੇ, ਆਪਣੇ ਆਪ ਨੂੰ ਗਨਾ ਲੈਂਦਾ। ਭਾਵ ਆਪਣੇ ਅੰਦਰ ਆਪਾ ਭਾਵ ਪੈਦਾ ਕਰ ਲੈਂਦਾ ਹੈ, ਰੋਵੇ ਤੇ ਫਿਰ ਉਹ ਰੋਣ ਲੱਗ ਜਾਂਦਾ ਹੈ। ਅੰਦਰ ਆਪਾ ਭਾਵ ਪੈਦਾ ਹੋ ਗਿਆ ਤੇ ਫਿਰ ਉਹਦਾ ਰੋਣਾ ਹੋ ਗਿਆ। ਜਿਵੇਂ ਬ੍ਰਹਮਾ ਹੈ, ਬ੍ਰਹਮੇ ਦਾ ਜਨਮ ਹੈ ਜਿਹੜਾ ਇਹ ਕਮਲ ਤੋਂ ਹੋਇਆ ਮੰਨਦੇ ਨੇ, ਤੇ ਬ੍ਰਹਮੇ ਨੂੰ ਉਸ ਪਰਮਾਤਮਾ ਨੇ ਹੁਕਮ ਕਰ ਦਿੱਤਾ ਵੀ ਤੂੰ ਸ੍ਰਿਸ਼ਟੀ ਦੀ ਰਚਨਾ ਕਰਨੀ ਹੈ। ਇਹਨੇ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ। 4 ਵੇਦ ਸਨ ਜਿਹੜੇ ਬ੍ਰਹਮੇ ਨੇ ਇਹਨਾਂ ਦਾ ਉਚਾਰਨ ਕਰ ਦਿੱਤਾ ਲੋਕਾਈ ਦੇ ਭਲੇ ਵਾਸਤੇ। ਅਖੀਰ ਜਦੋਂ ਇਹਦੇ ਅੰਦਰ ਆਪਾ ਭਾਵ ਆ ਗਿਆ ਵੀ ਮੈਂ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਇਹ ਆਪਾ ਭਾਵ ਆ ਗਿਆ ਨਾ ਵੀ ਮੇਰੇ ਤੋਂ ਹੋਇਆ, ਮੈਂ ਦੁਨੀਆ ਬਣਾਈ ਹੈ, ਤੇ ਆਕਾਸ਼ਬਾਣੀ ਹੋਈ ਤੂੰ ਇਹ ਹੰਕਾਰ ਨਾ ਕਰ, ਆਪਾ ਭਾਵ ਨਾ ਕਰ, ਤੇਰਾ ਜਨਮ ਤਾਂ ਕਮਲ ਤੋਂ ਹੋਇਆ ਹੈ। ਇਹਨੇ ਉਸ ਕਮਲ ਨੂੰ ਲੱਤ ਮਾਰ ਦਿੱਤੀ ਤੇ ਕਹਿੰਦੇ ਨੇ 36 ਯੁੱਗ ਤੱਕ ਥੱਲੇ ਜਾਂਦਾ ਰਿਹਾ ਹੈ। ਇਹਨੂੰ ਉਸ ਕਮਲ ਦਾ ਅੰਤ ਨਹੀਂ ਆਇਆ। ਫਿਰ ਇਹਨੇ ਅੰਦਰੋਂ ਆਪਾ ਭਾਵ ਨੂੰ ਖਤਮ ਕਰਕੇ ਦੀਨ ਹੋ ਕੇ ਅਰਦਾਸ ਕਰਤੀ ਤੇ 36 ਜੋਗੀ ਇਸ ਨੂੰ ਉੱਪਰ ਆਉਂਦਿਆਂ ਲੱਗੇ ਸਨ। ਮਨਮੁਖ ਆਪ ਗਨਾਏ ਹੋਵੇ। ਜੇ ਇਸ ਤਰ੍ਹਾਂ ਜਿਹੜਾ ਇਸ ਤਰ੍ਹਾਂ ਮਨਮੁਖ ਇਹ ਕਹਿੰਦਾ ਨਾ ਵੀ ਮੈਂ ਹੀ ਸਾਰਾ ਕੁਝ ਕਰਨ ਵਾਲਾ, ਆਪਣੇ ਆਪ ਨੂੰ ਗਨਾਉਂਦਾ ਵੀ ਮੈਂ ਕੁਝ ਕਰ ਸਕਦਾ, ਰੋਵੇ, ਉਹਨੂੰ ਇਸ ਤਰ੍ਹਾਂ ਰੋਣਾ ਪੈਂਦਾ ਹੈ ਜੀ। ਨਾ ਮੋਹ ਫੁੱਲਾ ਠਾਰ ਨਾ ਪਾਏ, ਆਏ ਜਾਏ ਦੁਖ ਪਾਏਗਾ।
ਨਿਯਮ ਦੇ ਨਾਲ ਜਿਹੜੇ ਕੱਖ ਨੇ ਉਹ ਹਰੇ ਹੋਣਗੇ। ਫਸਲ ਬੀਜਣ ਦੇ ਲਈ ਇਹਨੂੰ ਵਾਹਣਾ ਪਏਗਾ ਤਾਂ ਕਿ ਇਹ ਕੱਖ ਜਿਹੜੇ ਹਰੇ ਹੋਏ ਨੇ ਨਾ ਇਹ ਖਤਮ ਹੋ ਜਾਣ ਤੇ ਫਸਲ ਜਿਹੜੀ ਉਹ ਨਰੋਈ ਹੋ ਜਾਵੇ। ਬਾਅਦ ਦੇ ਵਿੱਚ ਵੀ ਸਾਂਭ ਸੰਭਾਲ ਕਰਨੀ ਪੈਂਦੀ ਹੈ। ਉਸੇ ਤਰ੍ਹਾਂ ਧੰਨ ਗੁਰੂ ਮਹਾਰਾਜ ਜੀ ਨੇ ਸਾਨੂੰ ਇੱਕ ਸਾਧਨ ਦਿੱਤਾ ਹੈ, ਇਹਦੇ ਨਾਲ ਸਾਡੇ ਅੰਦਰ ਜਿਹੜੀਆਂ ਬੁਰਾਈਆਂ ਨੇ ਨਾ ਉਹ ਨਹੀਂ ਪੈਦਾ ਹੁੰਦੀਆਂ। ਇਸ ਤਰ੍ਹਾਂ ਮੰਨ ਲਓ ਸਾਡਾ ਸਰੀਰ ਜਿਹੜਾ ਇਹ ਖੇਤੀ ਹੈ ਤੇ ਜੋ ਅਸੀਂ ਕਰਮ ਕਰਦੇ ਹਾਂ ਨਾ ਇਹ ਕਰਮ ਅਸੀਂ ਇਸ ਖੇਤੀ ਨੂੰ ਪਾਣੀ ਲਾਉਂਦੇ ਹਾਂ। ਜਦੋਂ ਇਸ ਖੇਤੀ ਨੂੰ ਪਾਣੀ ਲੱਗੇਗਾ ਤੇ ਇਹਦੇ ਵਿੱਚ ਫਿਰ ਬੁਰਾਈਆਂ ਨੇ ਜਿਹੜੀਆਂ ਇਹ ਜ਼ਰੂਰ ਆਉਣਗੀਆਂ। ਉਹਨਾਂ ਨੂੰ ਖਤਮ ਕਰਨ ਦੇ ਲਈ ਫਿਰ ਨਾਮ ਹੈ ਜਿਹੜਾ ਇਹਦਾ ਹੱਲ ਪਾਉਣਾ ਪਏਗਾ। ਤਾਂ ਗੁਰੂ ਮਹਾਰਾਜ ਜੀ ਨੇ ਗੁਰਬਾਣੀ ਦੇ ਅੰਦਰ ਇਹ ਸ਼ਬਦ ਬੜਾ ਸੁੰਦਰ ਤਰੀਕੇ ਦੇ ਨਾਲ ਇਸੇ ਤਰ੍ਹਾਂ ਸਮਝਾਇਆ ਜਿਵੇਂ ਮੈਂ ਆਪ ਜੀ ਨੂੰ ਅਰਥ ਦਿੱਤੇ ਨੇ। ਸਰੀਰ ਧਰਤੀ ਕਰਮ ਸਰਲ ਪਾਓ। ਸਰਲ ਕਹਿੰਦੇ ਨੇ ਪਾਣੀ ਨੂੰ। ਗੁਰੂ ਮਹਾਰਾਜ ਜੀ ਅਰਥ ਕਰਦੇ ਨੇ ਜਿਹੜਾ ਸਾਡਾ ਸਰੀਰ ਹੈ ਨਾ ਇਹ ਧਰਤੀ ਹੈ, ਜ਼ਮੀਨ ਹੈ ਤੇ ਕਰਮਾਂ ਦਾ ਇਹਨੂੰ ਅਸੀਂ ਪਾਣੀ ਲਾਉਂਦੇ ਹਾਂ। ਜਦੋਂ ਅਸੀਂ ਕਰਮਾਂ ਦਾ ਪਾਣੀ ਲਾਉਂਦੇ ਹਾਂ ਤੇ ਫਿਰ ਇਹਦੇ ਨਾਲ ਜਿਹੜੇ ਕੱਖ ਫੂਸ ਨੇ ਨਾ ਘਾਹ ਹਰੇ ਹੋਣਗੇ। ਮੰਨ ਲਓ ਅਸੀਂ ਕਰਮ ਕਰਨ ਲੱਗ ਗਏ ਹਾਂ ਸੇਵਾ ਦਾ, ਸੇਵਾ ਕਰਨ ਲੱਗ ਗਏ ਹਾਂ। ਸੇਵਾ ਕਰਨ ਦੇ ਨਾਲ ਆਪਾ ਭਾਵ ਵੀ ਆਏਗਾ, ਹਉਮੈ ਵੀ ਬਣੇਗੀ, ਹੰਕਾਰ ਵੀ ਬਣੇਗਾ, ਹੋਰ ਵੀ ਕਈ ਪ੍ਰਕਾਰ ਦੇ ਜਿਹੜੇ ਗਲਤ ਖਿਆਲ ਨੇ ਉਹ ਮਨ ਵਿੱਚ ਫਿਰ ਚੱਲ ਪੈਣਗੇ। ਤੇ ਜੇ ਨਾਲ ਦੀ ਨਾਲ ਨਾਮ ਜਪਦੇ ਰਹੀਏ ਤੇ ਫਿਰ ਇਹ ਹਰੇ ਨਹੀਂ ਹੁੰਦੇ। ਇਹ ਗੁਰੂ ਮਹਾਰਾਜ ਜੀ ਨੇ ਗੁਰਬਾਣੀ ਦੇ ਅੰਦਰ ਸਾਨੂੰ ਇਸ ਨੁਕਤੇ ਦੇ ਨਾਲ ਦੱਸਿਆ। ਨਾਵੋ ਭੁੱਲਾ ਠੌਰ ਨਾ ਪਾਏ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਜਿਹੜਾ ਮਨੁੱਖ ਨਾਮ ਨੂੰ ਛੱਡ ਦਿੰਦਾ ਨਾ ਫਿਰ ਉਹਨੂੰ ਆਸਰਾ ਹੀ ਕੋਈ ਨਹੀਂ ਮਿਲਦਾ। ਨਾਵੋ ਭੁੱਲਾ ਠੌਰ ਨਾ ਪਾਏ। ਠੌਰ ਦਾ ਅਰਥ ਹੁੰਦਾ ਆਸਰਾ। ਖੇਤੀ ਦਾ ਆਸਰਾ ਹਲ ਹੈ। ਜ਼ਮੀਨ ਵਾਹੇਗਾ ਤੇ ਫਸਲ ਹੋਏਗੀ। ਉਸੇ ਤਰ੍ਹਾਂ ਮਨੁੱਖਾ ਸਰੀਰ ਰੂਪੀ ਖੇਤੀ ਦਾ ਆਸਰਾ ਜਿਹੜਾ ਇਹ ਨਾਮ ਹੈ। ਨਾਮ ਜਪੇਗਾ, ਸਿਮਰਨ ਕਰੇਗਾ ਤੇ ਫਿਰ ਆਸਰਾ ਮਿਲੇਗਾ। ਆਏ ਜਾਏ ਦੁੱਖ ਪਾਏਗਾ। ਜਿਹਨੇ ਨਾਮ ਨਹੀਂ ਜਪਿਆ, ਸਿਮਰਨ ਨਹੀਂ ਕੀਤਾ, ਉਹਦਾ ਆਉਣਾ ਜਾਣਾ ਬਣਿਆ ਰਹੇਗਾ ਤੇ ਦੁੱਖ ਪਾਉਂਦਾ ਹੈ ਜੀ। ਨਿਰਮਲ ਕਾਇਆ ਉਜਲ ਹੰਸਾ ਤਿਸ ਵਿੱਚ ਨਾਮ ਨਿਰੰਜਨ ਅੰਸਾ। ਨਿਰਮਲ ਕਾਇਆ ਇਹ ਸਰੀਰ ਹੈ ਜਿਹੜਾ ਇਹਨੂੰ ਪਵਿੱਤਰ ਰੱਖਣਾ ਹੈ। ਉਜਲ ਹੰਸਾ ਇਹਦੇ ਅੰਦਰ ਜੋ ਸੱਚੇ ਸਤਿਗੁਰ ਨੇ ਆਪਣੀ ਹੰਸ ਜੀਵ ਆਤਮਾ ਪੈਦਾ ਕੀਤੀ ਹੈ ਉਹ ਉਜਲ ਹੈ। ਇਸ ਵਿੱਚ ਨਾਮ ਨਿਰੰਜਨ ਅੰਸਾ ਤੇ ਉਸ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੇ ਨਾ ਆਪਣਾ ਨਾਮ ਹੈ ਜਿਹੜਾ ਮੈਲ ਤੋਂ ਰਹਿਤ ਉਹਦੀ ਅੰਸ਼ ਧਾਰਨ ਕੀਤੀ ਹੋਈ ਹੈ ਜੀ। ਸਗਲੇ ਦੁਖ ਅੰਮ੍ਰਿਤ ਕਰ ਪੀਵੈ ਬਹੁੜ ਦੁਖ ਨਾ ਪਾਏਗਾ। ਜਦੋਂ ਕਿਸੇ ਨੂੰ ਦੁੱਖ ਹੁੰਦਾ ਹੈ ਉਹ ਜੇ ਇਹ ਆਖਦੇ ਨਾ ਹੇ ਸੱਚੇ ਸਤਿਗੁਰ ਜੀ ਤੂੰ ਕਿਰਪਾ ਕਰ, ਇਹ ਦੁੱਖ ਹੈ ਜਿਹੜਾ ਮੈਨੂੰ ਮੇਰੇ ਕਰਮਾਂ ਦੇ ਅਨੁਸਾਰ ਮਿਲਿਆ ਹੈ, ਇਹਦੇ ਵਿੱਚ ਤੇਰਾ ਕੋਈ ਦੋਸ਼ ਨਹੀਂ, ਤੂੰ ਮੇਰੇ ਨਾਲ ਕੋਈ ਵਧੀਕੀ ਨਹੀਂ ਕੀਤੀ, ਪਰ ਕਿਰਪਾ ਕਰ ਮੈਨੂੰ ਸਮਰੱਥਾ ਦੇ ਮੈਂ ਇਸ ਦੁੱਖ ਨੂੰ ਕੱਟ ਲਵਾਂ। ਇਹ ਹੈ ਦੁੱਖ ਨੂੰ ਅੰਮ੍ਰਿਤ ਕਰਕੇ ਪੀ ਲੈਣਾ। ਸਗਲੇ ਦੁੱਖ ਅੰਮ੍ਰਿਤ ਕਰ ਪੀਵੈ। ਹੁਣ ਦੁੱਖ ਨੂੰ ਅੰਮ੍ਰਿਤ ਸਮਝ ਕੇ ਕਿਵੇਂ ਪੀਣਾ ਹੈ? ਜਿਹੜਾ ਦੁੱਖ ਆਇਆ ਹੈ ਉਸ ਦੁੱਖ ਨੂੰ ਖਿੜੇ ਮੱਥੇ ਸਹਾਰ ਲਵੇ ਤੇ ਅਰਦਾਸ ਕਰੇ, ਹੇ ਸੱਚੇ ਸਤਿਗੁਰੂ ਜੀ ਇਹ ਜਿਹੜਾ ਦੁੱਖ ਮਿਲਿਆ ਨਾ ਮੈਂ ਆਪਣਾ ਕੀਤਾ ਪਾਇਆ ਹੈ, ਇਹਦੇ ਵਿੱਚ ਕਿਸੇ ਦਾ ਦੋਸ਼ ਗੁਨਾਹ ਨਹੀਂ। ਬਹੁੜ ਦੁੱਖ ਨਾ ਪਾਏਗਾ ਉਹਨੂੰ ਦੁਬਾਰਾ ਫਿਰ ਦੁੱਖ ਹੀ ਨਹੀਂ ਮਿਲਦਾ। ਵੇਖੋ ਕਿੱਡਾ ਵੱਡਾ ਗੁਰੂ ਮਹਾਰਾਜ ਜੀ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਇੱਕ ਨੁਕਤਾ ਦੱਸਿਆ। ਜਦੋਂ ਅਸੀਂ ਦੁੱਖ ਦੇ ਉੱਤੇ ਤੋਕਲਾ ਕਰਦੇ ਹਾਂ ਤੇ ਫਿਰ ਇੱਕ ਗੁਨਾਹ ਹੋਰ ਕਰ ਦਿੰਦੇ ਹਾਂ। ਜਿਵੇਂ ਕੋਈ ਪ੍ਰਾਣੀ ਹੈ ਉਹਨੇ ਚੋਰੀ ਕੀਤੀ ਹੈ, ਚੋਰੀ ਗੁਨਾਹ ਹੈ। ਫਿਰ ਅਸੀਂ ਪੁੱਛਿਆ ਵੀ ਤੂੰ ਆਹ ਚੀਜ਼ ਇੱਥੋਂ ਚੱਕੀ ਹੈ, ਉਹਨੇ ਕਹਿ ਦਿੱਤਾ ਨਹੀਂ ਚੱਕੀ। ਹੁਣ ਗੁਨਾਹ ਦੇ ਉੱਤੇ ਇੱਕ ਗੁਨਾਹ ਹੋਰ ਹੋ ਗਿਆ। ਚੋਰੀ ਵੀ ਕੀਤੀ ਹੈ ਤੇ ਝੂਠ ਵੀ ਬੋਲਦਾ। ਜੇ ਕਹਿ ਦਿੰਦਾ ਭਾਈ ਲੋੜ ਸੀ ਚੱਕ ਲਈਏ, ਹੁਣ ਤੁਹਾਡੀ ਮਰਜ਼ੀ ਹੈ, ਭਾਵੇਂ ਬਖਸ਼ੋ ਤੇ ਭਾਵੇਂ ਕੁੱਟੋ, ਤੇ ਫਿਰ ਆਪਾਂ ਉਹਨੂੰ ਕਹਾਂਗੇ ਚੱਲ ਵੀ ਇਹਨੇ ਗਲਤੀ ਮੰਨ ਲਈ, ਅੱਗੇ ਤੋਂ ਨਾ ਕਰੀ। ਸਗਲੇ ਦੁੱਖ ਅੰਮ੍ਰਿਤ ਕਰ ਪੀਵਾ, ਬਹੁੜ ਦੁੱਖ ਨਾ ਪਾਏਗਾ। ਜਿਹੜੇ ਗੁਰਮੁਖ ਪਿਆਰੇ ਆਪਣੇ ਉੱਤੇ ਆਏ ਹੋਏ ਦੁੱਖ ਨੂੰ ਇਸ ਤਰ੍ਹਾਂ ਅੰਮ੍ਰਿਤ ਬਣਾ ਕੇ ਪੀ ਲੈਂਦੇ ਨੇ ਵੀ ਜਿਹੜਾ ਦੁੱਖ ਆਇਆ ਇਹ ਮੇਰੇ ਕਰਮਾਂ ਦਾ ਫਲ ਹੈ ਤੇ ਮੈਂ ਇਹਨੂੰ ਭੋਗ ਰਿਹਾ, ਪਰ ਤੂੰ ਕਿਰਪਾ ਕਰ ਇਹਨੂੰ ਥੋੜਾ ਜਿਹਾ
ਇਸ ਤਰ੍ਹਾਂ ਕਰਦੇ ਕਿ ਮੈਂ ਇਹਨੂੰ ਭੋਗਣ ਦੇ ਸਮਰੱਥ ਹੋ ਜਾਵਾਂ, ਇਹਦੇ ਯੋਗ ਹੋ ਜਾਵਾਂ, ਬੋੜ ਦੁੱਖ ਨਾ ਪਾਇਦਾ, ਫਿਰ ਪਰਮਾਤਮਾ ਕਿਰਪਾ ਕਰਦਾ, ਦੁਬਾਰਾ ਉਸ ਨੂੰ ਦੁੱਖ ਨਹੀਂ ਮਿਲਦਾ ਹੈ ਜੀ। ਬਹੁ ਸਾਧੋ ਦੁਖ ਪ੍ਰਾਪਤ ਹੋਵੇ, ਭੋਗਹੁ ਰੋਗ ਸੋ ਅੰਤ ਵਿਗੋਵੇ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਦੁੱਖ ਬਣਦੇ ਕਿਵੇਂ ਨੇ? ਬਹੁ ਸਾਧੋ ਦੁੱਖ ਪ੍ਰਾਪਤ ਹੋਵੇ। ਸਾਧੂ ਦਾ ਅਰਥ ਹੁੰਦਾ ਸਵਾਦ। ਜਦੋਂ ਅਸੀਂ ਸਵਾਦਾਂ ਵਾਲੇ ਪਾਸੇ ਲੱਗ ਜਾਂਦੇ ਆ ਤੇ ਫਿਰ ਬੰਦੇ ਨੂੰ ਨਾ ਜਿਹੜੇ ਦੁੱਖ ਨੇ ਇਹ ਦੁੱਖ ਲੱਗ ਜਾਂਦੇ ਨੇ। ਜਿਵੇਂ ਕਿਸੇ ਨੂੰ ਮੀਟ ਖਾਣ ਦਾ ਸਵਾਦ ਪੈ ਗਿਆ ਤੇ ਹੁਣ ਇਹਦੇ ਲਈ ਭਾਈ ਜੀਵ ਹੱਤਿਆ ਕਰਨੀ ਪਏਗੀ। ਜੀਵ ਹੱਤਿਆ ਕਰੇਗਾ ਤੇ ਫਿਰ ਇਸ ਸਵਾਦ ਦੇ ਲਈ ਇਹਨੂੰ ਦੁੱਖ ਵੀ ਪਾਣਾ ਪਏਗਾ। ਇਸੇ ਤਰ੍ਹਾਂ ਸਾਡੇ ਸਰੀਰ ਦੇ ਹੋਰ ਵੀ ਬੜੇ ਸਵਾਦ ਨੇ, ਉਹਨਾਂ ਸਵਾਦਾਂ ਦੇ ਪਿੱਛੇ ਲੱਗ ਕੇ ਅਸੀਂ ਪਾਪ ਕਰਦੇ ਆ ਤੇ ਜਿਹੜਾ ਪਾਪ ਇਹ ਮੁੜ ਕੇ ਦੁੱਖ ਰੂਪ ਹੋ ਕੇ ਸਾਨੂੰ ਮਿਲਦਾ ਹੈ। ਅਸੀਂ ਜੋ ਵੀ ਪਾਪ ਕਰਦੇ ਆ ਤੇ ਪਾਪ ਦਾ ਉਲਟਿਆ ਹੋਇਆ ਰੂਪ ਹੈ ਨਾ ਜਿਹੜਾ, ਉਹ ਦੁੱਖ ਹੈ, ਦੁੱਖ ਰੂਪ ਹੋ ਕੇ ਸਾਨੂੰ ਮਿਲਦਾ ਹੈ। ਨਸ਼ਾ ਵੀ ਇੱਕ ਸਵਾਦ ਹੈ। ਬਹੁਤ ਸਾਧੋ ਦੁੱਖ ਪ੍ਰਾਪਤ ਹੋਵੇ। ਇਸ ਤਰ੍ਹਾਂ ਜਿੰਨੇ ਵੀ ਸਵਾਦਾਂ ਦੇ ਵਿੱਚ ਅਸੀਂ ਪੈਂਦੇ ਆ ਉਹਨਾਂ ਤੋਂ ਸਾਨੂੰ ਦੁੱਖ ਦੀ ਪ੍ਰਾਪਤੀ ਹੁੰਦੀ ਹੈ। ਭੋਗੋ ਰੋਗ, ਜਿਤਨੇ ਪ੍ਰਕਾਰ ਦੇ ਅਸੀਂ ਭੋਗ ਭੋਗਦੇ ਆ ਉਹਨਾਂ ਤੋਂ ਰੋਗ ਪੈਦਾ ਹੁੰਦੇ ਨੇ। ਸੋ ਅੰਤ ਭਗੋਵੇ, ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦਾ ਫਿਰ ਇਸ ਤਰ੍ਹਾਂ ਅੰਤ ਦੇ ਵਿੱਚ ਭਗੋਵੇ ਦਾ ਅਰਥ ਹੁੰਦਾ ਖਰਾਬ ਹੋਣਾ। ਇੱਥੇ ਵੀ ਦੁਖੀ ਆ ਤੇ ਅੱਗੇ ਵੀ ਅਸੀਂ ਖਰਾਬ ਹੀ ਹੋਵਾਂਗੇ ਜੀ। ਹਰਿ ਸੋਗ ਨ ਮਿਟਈ ਕਬਹੂ, ਬਿਨ ਭਾਣੇ ਪਰਮਾਏ ਦਾ। ਸੋਗ ਕਹਿੰਦੇ ਨੇ ਗਮੀ ਨੂੰ ਤੇ ਹਰਖ ਕਹਿੰਦੇ ਨੇ ਖੁਸ਼ੀ ਨੂੰ। ਹਰਖ ਤੇ ਸੋਗਿਆਂ ਦਾ ਬੜਾ ਸੁਮੇਲ ਹੈ। ਹਰਖੋ ਸੋਗ ਨਾ ਮਿਟੀ ਕਬੂ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਜੇ ਗਮੀ ਹੋਵੇ ਨਾ ਤੇ ਉਹਦੇ ਅੱਗੇ ਕਿੰਨੇ ਪ੍ਰਕਾਰ ਦੀਆਂ ਖੁਸ਼ੀਆਂ ਮਰਜ਼ੀ ਲਿਆ ਕੇ ਰੱਖ ਦਈਏ ਉਹ ਕਦੀ ਖੁਸ਼ ਨਹੀਂ ਹੁੰਦਾ। ਉਹਨਾਂ ਖੁਸ਼ੀਆਂ ਦੇ ਨਾਲ ਉਹ ਖੁਸ਼ ਨਹੀਂ ਹੋਏਗਾ। ਹਰਖੋ ਸੋਗ ਨਾ ਮਿਟੀ ਕਬੂ, ਬਿਨ ਭਾਣੇ ਪਰਮਾਏ ਦਾ। ਤੇ ਇਹ ਪਰਮਾਤਮਾ ਨੇ ਉਹਨੂੰ ਭਰਮ ਦੇ ਵਿੱਚ ਕਿਉਂ ਪਾ ਦਿੱਤਾ ਹੈ? ਕਿਉਂਕਿ ਉਹ ਭਾਣੇ ਦੇ ਵਿੱਚ ਨਹੀਂ, ਹੁਕਮ ਦੇ ਵਿੱਚ ਨਹੀਂ। ਹਰਖੋ ਸੋਗ ਨਾ ਮਿਟੀ ਕਬਹੂ, ਬਿਨ ਭਾਣੇ ਪਰਮਾਏ ਦਾ। ਸੋਗ ਤੇ ਹਰਖੇ ਜਿਹੜਾ ਇਹਨਾਂ ਦਾ ਆਪਸੀ ਸੁਮੇਲ ਹੈ, ਇਹ ਮਨੁੱਖਾ ਜੀਵਨ ਦੇ ਵਿੱਚ ਬਣਿਆ ਰਹਿੰਦਾ ਹੈ। ਜੇ ਖੁਸ਼ੀ ਹੋਵੇ ਤੇ ਕੋਈ ਗਮੀ ਵਾਲੀ ਗੱਲ ਦੱਸ ਦੇਵੇ ਤੇ ਖੁਸ਼ੀ ਹੈ ਜਿਹੜੀ ਉਹ ਮੱਧਮ ਪੈ ਜਾਂਦੀ ਹੈ। ਪਰ ਜਿਹੜੀ ਗਮੀ ਹੈ ਨਾ, ਗਮੀ ਦੇ ਵਿੱਚ ਜੇ ਕੋਈ ਖੁਸ਼ੀ ਵਾਲੀ ਗੱਲ ਵੀ ਦੱਸ ਦੇ ਨਾ, ਖੁਸ਼ੀਆਂ ਲਿਆ ਕੇ ਅੱਗੇ ਢੇਰ ਵੀ ਲਾ ਦੇ ਤੇ ਫਿਰ ਉਹ ਗਮੀ ਹੈ ਜਿਹੜੀ ਉਹ ਮਨ ਤੋਂ ਨਹੀਂ ਲੈਂਦੀ। ਬਿਨ ਭਾਣੇ ਪਰਮਾਏ ਦਾ, ਇਹ ਹੁਣ ਭਰਮ ਦੇ ਵਿੱਚ ਪੈ ਗਿਆ ਹੈ ਤੇ ਭਾਣਾ ਨਹੀਂ ਮੰਨਿਆ। ਇਸ ਕਰਕੇ ਗੁਰੂ ਮਹਾਰਾਜ ਜੀ ਨੇ ਇਹਨੂੰ ਇਸ ਤਰ੍ਹਾਂ ਪਰਮਾ ਰੱਖਿਆ ਹੈ ਜੀ। ਗਿਆਨ ਵਿਹੂਣੀ ਭਵੈ ਸਬਾਈ, ਸਾਚਾ ਰਵ ਰਹਿਆ ਲਿਵ ਲਾਈ। ਸਬਾਈ ਦੇ ਵਿੱਚ ਨਾ ਸਾਰੀ ਦੁਨੀਆ ਆ ਜਾਂਦੀ, ਇਕੱਲਾ ਸਿੱਖ ਧਰਮ ਨਹੀਂ ਹੁੰਦਾ। ਇਹ ਗੁਰੂ ਮਹਾਰਾਜ ਜੀ ਦੀ ਬਾਣੀ ਹੈ ਤੇ ਇਹਦੇ ਵਿੱਚ ਗੁਰੂ ਮਹਾਰਾਜ ਜੀ ਨੇ ਦਰਜ ਕੀਤਾ ਉਪਦੇਸ਼ ਚੌਹ ਵਰਨਾ ਕੋ ਸਾਂਝਾ। ਜਿੰਨੇ ਪ੍ਰਕਾਰ ਦੇ ਧਰਮ ਨੇ, ਜਿੰਨੇ ਪ੍ਰਕਾਰ ਦੇ ਵਰਨ ਨੇ, ਸਾਰਿਆਂ ਨੂੰ ਪਰਮਾਤਮਾ ਦਾ ਜਿਹੜਾ ਉਪਦੇਸ਼ ਹੈ ਨਾ ਉਹ ਸਾਂਝੇ ਤੌਰ ਤੇ ਗੁਰੂ ਮਹਾਰਾਜ ਜੀ ਨੇ ਦਿੱਤਾ ਹੈ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਭਾਵੇਂ ਕੋਈ ਸਿੱਖ ਹੈ, ਭਾਵੇਂ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਭਾਵੇਂ ਜੈਨੀ ਹੈ, ਭਾਵੇਂ ਬੋਧੀ ਹੈ, ਭਾਵੇਂ ਈਸਾਈ ਹੈ, ਸਾਰਿਆਂ ਨੂੰ ਗਿਆਨ ਵੀ ਹੋਣੀ। ਜਿੰਦੇ ਕੋਲ ਗਿਆਨ ਨਹੀਂ ਹੈਗਾ ਭਵੇ ਸਬਾਈ, ਗਿਆਨ ਤੋਂ ਬਿਨਾਂ ਇਹ ਸੰਸਾਰ ਦੇ ਅੰਦਰ ਐਵੇਂ ਘੁੰਮਦਾ ਹੀ ਫਿਰਦਾ ਹੈ। ਭਾਵ ਲਾਹਾ ਨਹੀਂ, ਪ੍ਰਾਪਤੀ ਨਹੀਂ, ਚੰਗੇ ਕੰਮ ਤੇ ਨਹੀਂ ਲੱਗਿਆ। ਗਿਆਨ ਵੀ ਹੋਣੀ ਭਵੇ ਸਬਾਈ, ਜਿੰਦੇ ਪਾਸ ਗਿਆਨ ਨਹੀਂ ਹੈਗਾ, ਗਿਆਨ ਤੋਂ ਸਖਣਾ ਹੈ ਤੇ ਉਹ ਭਾਵੇਂ ਕਿਸੇ ਵੀ ਧਰਮ ਦੇ ਵਿੱਚ ਹੈ, ਉਹਦਾ ਇਸ ਦੁਨੀਆ ਦੇ ਅੰਦਰ ਐਵੇਂ ਪਾਉਣਾ ਹੀ ਹੈ। ਸੱਚਾ ਰਵ ਰਿਹਾ ਲਿਵ ਲਾਈ, ਜਿਹੜਾ ਸੱਚਾ ਹੈ ਨਾ ਉਹ ਸੱਚੇ ਪਰਮਾਤਮਾ ਦੇ ਵਿੱਚ ਪ੍ਰੀਤ ਲਾ ਕੇ ਰਹਿੰਦਾ ਹੈ। ਜਿਹੜਾ ਸੱਚਾ ਮਨੁੱਖ ਹੈ ਉਹ ਭਾਵੇਂ ਹਿੰਦੂ ਹੈ, ਭਾਵੇਂ ਮੁਸਲਮਾਨ ਹੈ। ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰੂ ਜਦੋਂ ਕਾਬੇ ਮੱਕੇ ਗਏ ਸਨ ਨਾ ਤੇ ਉੱਥੇ ਗੁਰੂ ਨਾਨਕ ਦੇਵ ਜੀ ਨੂੰ ਸਵਾਲ ਕੀਤਾ ਸੀ। ਭਾਈ ਗੁਰਦਾਸ ਜੀ ਦੀਆਂ 12 ਦੇ ਅੰਦਰ ਇਹ ਸਵਾਲ ਦਰਜ ਹੈ। ਮੁਸਲਮਾਨਾਂ ਨੇ ਪੁੱਛਿਆ ਸੀ, ਕਾਜੀ ਆਖਣ ਨਾਨਕਾ ਹਿੰਦੂ ਕੇ ਮੁਸਲਮਾਨੋਈ। ਕਾਜ਼ੀਆਂ ਨੇ ਸਵਾਲ ਕੀਤਾ, ਗੁਰੂ ਨਾਨਕ ਦੇਵ ਜੀ ਚੰਗੇ ਕਿਹੜੇ ਨੇ?
ਹਿੰਦੂ ਚੰਗੇ ਨੇ ਤੇ ਮੁਸਲਮਾਨ ਚੰਗੇ ਨੇ। ਤੇ ਫਿਰ ਆਪ ਸਭ ਨੂੰ ਪਤਾ ਹੀ ਹੈ ਨਾ, ਗੁਰੂ ਨਾਨਕ ਦੇਵ ਜੀ ਨੇ ਆਖਿਆ ਸੀ, ਅਮਲਾ ਬਾਜੋ ਚੰਗੇ ਕੰਮ ਤੋਂ ਬਿਨਾਂ ਸਾਰੇ ਮਾੜੇ ਨੇ। ਤੇ ਜਿਹੜਾ ਚੰਗਾ ਕੰਮ ਕਰਦਾ, ਭਾਵੇਂ ਹਿੰਦੂ ਹੈ ਭਾਵੇਂ ਮੁਸਲਮਾਨ ਹੈ, ਉਹ ਚੰਗਾ ਹੈ। ਅਮਲ ਦਾ ਅਰਥ ਹੁੰਦਾ ਚੰਗੇ ਕੰਮ, ਮਲ ਦਾ ਅਰਥ ਹੁੰਦਾ ਮੈਲ, ਤੇ ਮੈਲ ਤੋਂ ਰਹਿਤ। ਜਿਹਨੇ ਆਪਣੇ ਜੀਵਨ ਦੇ ਵਿੱਚ ਬਿਨਾਂ ਪਾਪ ਤੋਂ ਬਿਨਾਂ ਮੈਲ ਤੋਂ ਕਰਮ ਕੀਤੇ ਨੇ, ਨਾ ਉਹ ਚੰਗਾ ਹੈ, ਨਾ ਹਿੰਦੂ ਚੰਗਾ ਹੈ ਤੇ ਨਾ ਮੁਸਲਮਾਨ ਚੰਗਾ ਹੈ। ਚੰਗਾ ਉਹ ਹੈ ਜਿਹੜਾ ਪਰਮਾਤਮਾ ਸੱਚੇ ਸਤਿਗੁਰ ਦੇ ਨਾਮ ਦੇ ਨਾਲ ਜੁੜ ਕੇ ਮੈਲ ਤੋਂ ਰਹਿਤ ਜਿਹਨੇ ਆਪਣਾ ਜੀਵਨ ਕੀਤਾ। ਗਿਆਨ ਹੁਣੀ ਭਵੇ ਸਬਾਈ, ਸਾਚਾ ਰਵ ਰਿਹਾ ਲਿਵ ਲਾਈ। ਜਿਹੜਾ ਸੱਚਾ ਪਰਮਾਤਮਾ ਦੇ ਵਿੱਚ ਪ੍ਰੀਤ ਲਾ ਕੇ ਰੱਖਦਾ, ਤੇ ਗਿਆਨ ਤੋਂ ਸਖਣਾ ਮੋਹ ਜਿਹੜਾ ਕੋਈ ਵੀ ਹੈ ਤੇ ਉਹ ਦੁਨੀਆ ਦੇ ਵਿੱਚ ਪਾਉਂਦਾ ਫਿਰਦਾ ਹੈ ਜੀ। ਨਿਰਭਉ ਸ਼ਬਦ ਗੁਰੂ ਸਚ ਜਾਤਾ, ਜੋਤੀ ਜੋਤ ਮਿਲਾਈ ਦਾ। ਨਿਰਭਉ ਸ਼ਬਦ, ਧੰਨ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇੱਕ ਸ਼ਬਦ ਦਿੱਤਾ ਹੈ। ਉਹ ਸ਼ਬਦ ਦੇ ਨਾਲ ਸਾਡੇ ਅੰਦਰ ਦਾ ਜਿਹੜਾ ਡਰ ਹੈ ਨਾ, ਇਹ ਦੂਰ ਹੋ ਜਾਂਦਾ ਹੈ। ਮਨੁੱਖ ਦੇ ਅੰਦਰ ਡਰ ਹੈ ਜਿਹੜਾ, ਵੈਸੇ ਡਰ ਕਈ ਪ੍ਰਕਾਰ ਦੇ ਨੇ, ਉਹ ਮੁਖੀ ਦਾ ਡਰ ਨੇ ਨਾ ਜਿਹੜੇ, ਇਹ ਸਭ ਤੋਂ ਵੱਡਾ ਡਰ ਮੰਨਿਆ ਗਿਆ ਮਨੁੱਖ ਦਾ ਮੌਤ ਦਾ। ਮਨੁੱਖ ਮਰਨ ਤੋਂ ਬੜਾ ਡਰਦਾ ਹੈ। ਤੇ ਦੂਜਾ ਡਰ ਹੈ ਜਿਹੜਾ, ਇਹ ਮਨੁੱਖ ਨੂੰ ਉਹਦੀ ਇੱਜ਼ਤ ਦਾ ਬਣਿਆ ਰਹਿੰਦਾ ਹੈ, ਵੀ ਮੇਰੀ ਸਮਾਜ ਦੇ ਵਿੱਚ ਜਿਹੜੀ ਇੱਜ਼ਤ ਬਣੀ ਹੋਈ ਹੈ ਨਾ, ਕਿਤੇ ਇਹ ਇੱਜ਼ਤ ਆਬਰੂ ਹੈ ਜਿਹੜੀ, ਇਹ ਮਿੱਟੀ ਨਾ ਹੋ ਜਾਵੇ। ਇਸੇ ਤਰ੍ਹਾਂ ਤੀਜਾ ਡਰ ਹੈ ਜਿਹੜਾ, ਇਹ ਮਨੁੱਖ ਦੇ ਅੰਦਰ ਉਹਦੀ ਆਪਣੀ ਸੰਪਤੀ ਦਾ ਬਣਿਆ ਰਹਿੰਦਾ, ਵੀ ਮੇਰੀ ਧਨ ਦੌਲਤ ਤੇ ਕਿਤੇ ਇਹ ਮੇਰੇ ਜਵਾਕ ਜਾਂ ਕੋਈ ਹੋਰ ਖਰਾਬ ਨਾ ਕਰ ਦੇਵੇ, ਜਾਂ ਕੋਈ ਹੋਰ ਚੋਰ ਚੱਕਰ ਹੈ ਜਿਹੜਾ ਇਹਨੂੰ ਨਾ। ਇਸ ਤਰ੍ਹਾਂ ਇਹ ਮੇਨ ਡਰ ਨੇ ਜਿਹੜੇ, ਇਹ ਤਿੰਨ ਮੰਨੇ ਗਏ ਨੇ, ਇੱਕ ਸਰੀਰ ਦਾ, ਇੱਕ ਇੱਜ਼ਤ ਦਾ ਤੇ ਇੱਕ ਦੌਲਤ ਦਾ। ਤੇ ਜੇ ਵੇਖੀਏ ਤੇ ਹੈਗੀਆਂ ਵੀ ਸਾਡੇ ਕੋਲ ਤਿੰਨ ਹੀ ਚੀਜ਼ਾਂ ਨੇ। ਇੱਕ ਸਾਡਾ ਸਰੀਰ ਹੈ, ਸਰੀਰ ਦਾ ਡਰ ਹੈ ਜਿਹੜਾ, ਇਹ ਮੁੱਖ ਤਾਂ ਮੰਨਿਆ ਗਿਆ ਜੇ ਸਰੀਰ ਹੈਗਾ ਤੇ ਬੰਦੇ ਦੀ ਇੱਜ਼ਤ ਵੀ ਬਣੀ ਹੈ, ਜੇ ਸਰੀਰ ਹੈਗਾ ਤੇ ਸੰਪਤੀ ਵੀ ਉਹਦੇ ਫਿਰ ਕੰਮ ਹੈ। ਜੇ ਮਰ ਗਿਆ ਤੇ ਫਿਰ ਉਹਨੂੰ ਭਾਵੇਂ ਕੁਝ ਕਰੀ ਜਾਓ, ਮਿੱਟੀ ਚ ਰੋੜੀ ਜਾਓ, ਫਿਰ ਉਹਨੂੰ ਪਤਾ ਹੀ ਨਹੀਂ। ਇੱਜ਼ਤ ਤੇ ਸੰਪਤੀ ਹੈ ਜਿਹੜੀ, ਇਹ ਸਰੀਰ ਤੋਂ ਬਾਅਦ ਦਾ ਹੈ। ਨਿਰਭਉ ਸ਼ਬਦ ਗੁਰੂ ਸਚ ਜਾਤਾ, ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਇਹਨਾਂ ਸਾਨੂੰ ਇੱਕ ਸ਼ਬਦ ਦਿੱਤਾ, ਵਾਹਿਗੁਰੂ ਗੁਰਮੰਤਰ, ਜਿਹੜਾ ਸਾਨੂੰ ਇਸ ਤਰ੍ਹਾਂ ਤਿੰਨਾਂ ਡਰਾਂ ਤੋਂ, ਤਿੰਨ ਪ੍ਰਕਾਰ ਦੇ ਭੈ ਤੋਂ ਰਹਿਤ ਕਰਨ ਵਾਲਾ ਹੈ। ਗੁਰੂ ਸਚ ਜਾਤਾ, ਤੇ ਗੁਰੂ ਨੂੰ ਜਿਨ੍ਹਾਂ ਨੇ ਸੱਚ ਕਰਕੇ ਜਾਣ ਲਿਆ, ਜੋਤੀ ਜੋਤ ਮਿਲਾਏ ਦਾ, ਉਹ ਪ੍ਰਭੂ ਪਰਮਾਤਮਾ ਦੀ ਜੋਤ ਦੇ ਵਿੱਚ ਅਪੇਦ ਹੋ ਜਾਂਦਾ। ਜਿਹਨੇ ਗੁਰੂ ਮਹਾਰਾਜ ਜੀ ਦੇ ਸ਼ਬਦ ਨੂੰ, ਜਿਹੜਾ ਗੁਰੂ ਜੀ ਨੇ ਸਾਨੂੰ ਭੈ ਤੋਂ ਰਹਿਤ ਕਰਨ ਦੇ ਲਈ ਦਿੱਤਾ ਹੈ, ਜਿਨ੍ਹਾਂ ਨੇ ਵਾਹਿਗੁਰੂ ਗੁਰਮੰਤਰ ਨੂੰ, ਮੇਰੇ ਸੱਚੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਨੂੰ ਸੱਚ ਕਰਕੇ ਜਾਣ ਲਿਆ ਹੈ, ਉਹ ਨਾਮ ਦੀ ਕਮਾਈ ਕਰਕੇ, ਸਿਮਰਨ ਕਰਕੇ ਸੱਚ ਸਰੂਪ ਪਰਮਾਤਮਾ ਦੇ ਵਿੱਚ ਅਪੇਦ ਹੋ ਜਾਂਦੇ ਹਨ ਜੀ। ਅਟਲ ਅਡੋਲ ਤੋਲ ਮੁਰਾਰੇ, ਖਿਨ ਮਹਿ ਢਾਹੇ ਫੇਰ ਸਾਰੇ। ਅਟਲ ਦਾ ਅਰਥ ਹੁੰਦਾ ਜਿਹਨੂੰ ਟਾਲਿਆ ਨਾ ਜਾ ਸਕੇ। ਪਰਮਾਤਮਾ ਦੀ ਕੀਤੀ ਨੂੰ ਅਸੀਂ ਟਾਲ ਨਹੀਂ ਸਕਦੇ। ਜੇ ਉਹ ਤੇਜ਼ ਹਵਾ ਛੱਡ ਦਿੰਦਾ ਤੇ ਅਸੀਂ ਰੋਕ ਨਹੀਂ ਸਕਦੇ, ਜੇ ਉਹ ਪੂਰੀ ਗਰਮੀ ਪਾ ਦਿੰਦਾ ਤੇ ਅਸੀਂ ਕੁਝ ਨਹੀਂ ਕਰ ਸਕਦੇ। ਅਡੋਲ ਜਿਹੜਾ ਡਾਵਾਂ-ਡੋਲ ਨਾ ਹੋਵੇ। ਅਤੋਲ ਜਿਹਨੂੰ ਤੋਲਿਆ ਨਾ ਜਾ ਸਕੇ। ਮੁਰਾਰੇ ਪਰਮਾਤਮਾ ਜਿਹੜਾ, ਉਹਦਾ ਕੀਤਾ ਅਟਲ ਹੈ, ਉਹ ਅਡੋਲ ਹੈ, ਉਹ ਤੋਲਿਆ ਨਹੀਂ ਜਾ ਸਕਦਾ ਹੈ। ਖਿਨਮੇ ਢਾਏ ਫੇਰ ਉਸਾਰੇ, ਉਹ ਆਪਣੀ ਮੌਜ ਦੇ ਵਿੱਚ ਆਣ ਕੇ ਬੜੀ ਛੇਤੀ ਖਤਮ ਕਰ ਦਿੰਦਾ ਹੈ, ਤੇ ਬੜੀ ਛੇਤੀ ਫਿਰ ਉਹਨਾਂ ਦੀ ਉਸਾਰੀ ਵੀ ਕਰ ਦਿੰਦਾ ਹੈ ਜੀ। ਰੂਪ ਨਾ ਦੇਖਿਆ ਮਿਤ ਨਹੀਂ ਕੀਮਤ, ਸ਼ਬਦ ਭੇਦ ਪਤਿਆਏ ਦਾ। ਰੂਪ ਨਾ ਵੇਖਿਆ, ਉਸ ਪਰਮਾਤਮਾ ਦਾ ਅੱਜ ਤੱਕ ਕਿਸੇ ਨੇ ਨਾ ਰੂਪ ਵੇਖਿਆ ਤੇ ਨਾ ਹੀ ਰੇਖਿਆ। ਰੇਖਿਆ ਦਾ ਅਰਥ ਹੁੰਦਾ ਚੱਕਰ ਚੇਨ। ਜਿਨ੍ਹਾਂ ਨੇ ਆਪਣੇ ਦਾਦਾ ਜੀ ਨੂੰ ਨਹੀਂ ਵੇਖਿਆ, ਉਹਨਾਂ ਦੇ ਘਰੇ ਫੋਟੋ ਹੋਏਗੀ ਤੇ ਉਹਨਾਂ ਨੇ ਫੋਟੋ ਤੋਂ ਆਪਣੇ ਦਾਦਾ ਜੀ ਨੂੰ ਵੇਖ ਲਿਆ ਵੀ ਇਸ ਤਰ੍ਹਾਂ ਦੇ ਹੁੰਦੇ ਸਨ। ਇਹਨੂੰ ਰੇਖਿਆ ਆਖਦੇ ਨੇ। ਲੈਣਾ ਦੇ ਨਾਲ ਰੇਖਾ, ਰੇਖਾ ਹਿੰਦੀ ਦਾ ਸ਼ਬਦ ਹੈ। ਰੇਖਾ ਦਾ ਅਰਥ ਹੁੰਦਾ ਹੈ ਲੀਕ। ਪੰਜਾਬੀ 'ਚ ਆਪਾਂ ਲੀਕ ਆਖ ਦਿੰਦੇ ਹਾਂ, ਅੰਗਰੇਜ਼ੀ ਵਿੱਚ ਲਾਈਨ ਆਖਦੇ ਨੇ ਤੇ ਹਿੰਦੀ ਵਿੱਚ ਰੇਖਾ ਆਖਦੇ ਨੇ। ਰੂਪ ਨਾ ਰੇਖਿਆ, ਜਿਨ੍ਹਾਂ ਨੇ ਉਸ ਪਰਮਾਤਮਾ ਦਾ ਸਰੂਪ ਨਹੀਂ ਵੇਖਿਆ ਤੇ ਉਸ ਸਰੂਪ ਦੀ ਬਣੀ ਹੋਈ ਫੋਟੋ ਵੀ ਨਹੀਂ ਵੇਖੀ। ਮਿਤ ਨਹੀਂ ਕੀਮਤ,
ਉਹਦੀ ਮਿੱਤ ਵੀ ਨਹੀਂ ਜਾਣਦੇ, ਕੀਮਤ ਵੀ ਨਹੀਂ ਜਾਣਦੇ। ਸ਼ਬਦ ਭੇਦ ਪਤਿਆਏ ਦਾ, ਫਿਰ ਕਿਵੇਂ ਪਤਿਆਉਂਦਾ? ਸ਼ਬਦ ਦੇ ਵਿੱਚ ਜਿਹੜੇ ਭਿੱਜ ਗਏ ਨੇ ਪਤਿਆਏ ਦਾ, ਇਸ ਤਰ੍ਹਾਂ ਫਿਰ ਉਹਨਾਂ ਦੇ ਉੱਤੇ ਪਰਮਾਤਮਾ ਜਿਹੜਾ ਪਤਿਆ ਜਾਂਦਾ ਹੈ। ਮੈਂ ਇੱਕ ਵਾਰੀ ਫਿਰ ਥੋੜਾ ਜਿਹਾ ਯਤਨ ਕਰਾਂਗਾ। ਰੂਪ ਨਾ ਰੇਖਿਆ ਮਿੱਤ ਨੇ ਕੀਮਤ, ਅੱਜ ਤੱਕ ਉਸ ਪਰਮਾਤਮਾ ਦੀ ਕਿਸੇ ਨੇ ਫੋਟੋ ਨਹੀਂ ਬਣਾਈ ਵੀ ਉਹ ਰੱਬ ਇਸ ਤਰ੍ਹਾਂ ਦਾ ਹੈ। ਅੱਜ ਤੱਕ ਉਸ ਦਾ ਕਿਸੇ ਨੇ ਰੂਪ ਨਹੀਂ ਵੇਖਿਆ, ਕੋਈ ਕਹਿ ਨਹੀਂ ਸਕਦਾ ਵੀ ਮੈਂ ਉਹਦਾ ਰੂਪ ਵੇਖਿਆ। ਅੱਜ ਤੱਕ ਉਸ ਦੀ ਕਿਸੇ ਨੇ ਮਰਿਆਦਾ ਨੂੰ ਲਿਖਿਆ ਨਹੀਂ ਵੀ ਇਸ ਮਰਿਆਦਾ ਤੇ ਚੱਲ ਕੇ ਰੱਬ ਮਿਲੇਗਾ। ਇਹ ਜਿਹੜੀਆਂ ਮਰਿਆਦਾ ਬਣਾਈਆਂ ਹੋਈਆਂ ਨੇ ਨਾ, ਇਹ ਸਾਡੇ ਪਕੰਬਰਾਂ ਨੇ, ਗੁਰੂ ਪੀਰਾਂ ਨੇ ਸਾਨੂੰ ਸੱਚ ਦੇ ਮਾਰਗ ਦੇ ਤੁਰਨ ਵਾਸਤੇ ਬਣਾ ਕੇ ਦਿੱਤੀਆਂ ਨੇ। ਮੁਸਲਮਾਨਾਂ ਦੀਆਂ ਆਪਣੀਆਂ ਮਰਿਆਦਾ ਨੇ, ਸਾਡੀਆਂ ਆਪਣੀਆਂ ਨੇ, ਹਿੰਦੂਆਂ ਦੀਆਂ ਆਪਣੀਆਂ ਨੇ। ਕੀਮਤ ਉਹਦੀ ਕੀਮਤ ਵੀ ਨਹੀਂ ਦੱਸੀ ਜਾ ਸਕਦੀ। ਸ਼ਬਦ ਭੇਦ, ਜਦੋਂ ਅਸੀਂ ਸ਼ਬਦ ਦੇ ਵਿੱਚ ਭਿੱਜ ਜਾਂਦੇ ਹਾਂ ਨਾ ਪਤਿਆਏ ਦਾ, ਫਿਰ ਉਹ ਪਰਮਾਤਮਾ ਖੁਸ਼ ਹੁੰਦਾ ਹੈ। ਜਦੋਂ ਖੁਸ਼ ਹੁੰਦਾ ਤੇ ਫਿਰ ਅਨੁਭਵ ਪ੍ਰਕਾਸ਼, ਫਿਰ ਸਾਡੇ ਅੰਦਰ ਇੱਕ ਗਿਆਨ ਪੈਦਾ ਹੁੰਦਾ ਹੈ ਜਿਹਨੂੰ ਅਨੁਭਵੀ ਗਿਆਨ ਆਖਿਆ ਜਾਂਦਾ ਹੈ। ਇੱਕ ਅਨੁਭਵ ਪੈਦਾ ਹੋ ਜਾਂਦਾ ਹੈ। ਉਸ ਅਨੁਭਵੀ ਗਿਆਨ ਦੇ ਨਾਲ ਉਸ ਪਰਮਾਤਮਾ ਦੀ, ਸੱਚੇ ਸਤਿਗੁਰ ਦੀ ਜਿਹੜੀ ਚੱਲ ਕੇ ਉਸ ਨੂੰ ਮੰਨਿਆ ਜਾਂਦਾ ਹੈ। ਅੱਜ ਦੇ ਲਈ ਇਤਨੀ ਕੁ ਸੇਵਾ ਆਪ ਸੰਗਤਾਂ ਨੇ ਪ੍ਰਵਾਨ ਕਰਨੀ। ਸੱਚੇ ਸਤਿਗੁਰ ਕਿਰਪਾ